हाँ जी, एक पढ़िया सी ਉਹਦੇ ਵਿੱਚ ਆਇਆ ਗਾ ਪੁਰਾਣੇ ਪਿਛਲੀਆਂ ਗੱਲਾਂ ਨੇਗੀਆਂ ਵੀ ਇੱਕ ਬਾਦਸ਼ਾਹ ਦੇ 3 ਰਾਣੀਆਂ ਤੀ। 2 ਪਹਿਲਾਂ ਵਾਲੀਆਂ ਸੀ, ਉਹ ਮਾਸੀ ਦੀਆਂ ਧੀਆਂ ਦੀ ਭੈਣਾਂ ਸੀਗੀਆਂ। ਜਿਹੜੀ ਤੀਜੀ ਰਾਣੀ ਵਿਆਹੀ ਉਹ ਬਗਾਨੇ ਘਰ ਦੀ ਸੀ। ਉਹਨਾਂ ਨੇ ਸੋਚਿਆ ਵੀ ਜੇ ਇਹਦੇ ਔਲਾਦ ਹੋ ਗਈ ਤਾਂ ਇਹ ਰਾਜ 'ਚੋਂ ਹਿੱਸਾ ਲਊਗੀ, ਕਿਉਂ ਅੱਜ ਕੱਲ੍ਹ ਇਹ ਵਿਤਕਰਾ ਚੱਲਦਾ ਆਇਆ। ਜਦੋਂ ਉਹਦੇ ਬੱਚਾ ਪੈਦਾ ਹੋਇਆ, ਜਿਹੜੀ ਪਿਛਲੀ ਰਾਣੀ ਤੀ, ਉਹਨਾਂ ਨੇ ਦਾਈ ਨੂੰ ਸਿਖਾਤਾ, ਪੈਸਾ ਦੇਤਾ ਵੀ ਜਿਹੜਾ ਇਹਦੇ ਬੱਚਾ ਪੈਦਾ ਹੋ ਗਿਆ ਤਾਂ ਰਾਜੇ ਨੂੰ ਦੱਸਣਾ ਨਹੀਂ ਗਾ। ਕਹਿੰਦੀ ਚੰਗਾ। ਜਦੋਂ ਬੱਚਾ ਪੈਦਾ ਹੋ ਗਿਆ, ਉਹਦੇ ਲੜਕਾ ਪੈਦਾ ਹੋਇਆ, ਦਾਈ ਕੋਲੇ ਗਈਆਂ, ਉਹ ਕਹਿੰਦੀ ਵੀ ਲੜਕਾ ਪੈਦਾ ਹੋਇਆ। ਉਹਨਾਂ ਨੇ ਪਹਿਲਾਂ ਹੀ ਇੰਤਜ਼ਾਮ ਕਰਿਆ ਸੀ ਕਿ ਜਦੋਂ ਬੰਦਾ ਕੋਈ ਇਹੋ ਜਿਹਾ ਕੁਛ ਕਰਦਾ ਹੁੰਦਾ, ਉਹਨਾਂ ਨੇ ਬਿੱਲੀ ਦਾ ਬਲੂੰਗੜਾ ਬਿਨਾਂ ਅੱਖਾਂ ਖੋਲੀਆਂ ਵਾਲਾ ਪਾਤਾ, ਨਾਲ ਬੱਚੇ ਨੂੰ ਤੌੜੇ 'ਚ ਪਾ ਕੇ ਦਰਿਆ ਛੱਡਤਾ। ਤੇ ਉਹ ਬਾਦਸ਼ਾਹ ਨੂੰ ਪਤਾ ਗਿਆ, ਕਿਉਂ ਸਿਖਾਈ ਹੋਈ ਸੀ ਦਾਈ। ਕਹਿਣ ਲੱਗਾ ਦੱਸੋ ਕੀ ਜਨਮਿਆ ਬੱਚਾ, ਕੰਨਿਆ ਕਿ ਬੱਚਾ? ਕਹਿੰਦੇ ਨਹੀਂ ਮਹਾਰਾਜ, ਕੀ ਦੱਸੀ, ਉਹ ਤਾਂ ਬਿੱਲੀ ਦਾ ਬਲੂੰਗੜਾ ਹੈ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਹੈ, ਕਮਾਲ ਹੈ। ਤੇ ਉਹ ਜਦੋਂ ਤੌੜਾ ਰੋੜਤਾ ਦਰਿਆ ਦੇ ਵਿੱਚ, ਇੱਕ ਪੰਡਤ ਦਰਿਆ 'ਤੇ ਇਸ਼ਨਾਨ ਕਰਨ ਆਉਂਦਾ ਹੁੰਦਾ, ਉਹਨੇ ਜੋ ਤੌੜਾ ਰੋੜਿਆ ਆਉਂਦਾ ਦੇਖਿਆ। ਕਿਉਂ ਕਹਿੰਦੇ ਆ ਜਿਸ ਕਾ ਡਾਢਾ ਰਾਖਾ ਹੋਏ ਉਹਨੂੰ ਮਾਰ ਸਕੇ ਨਾ ਕੋਈ। ਉਹ ਮੂਧਾ ਨਾ ਹੋਇਆ, ਸਿੱਧਾ ਹੋ ਗਿਆ, ਤੌੜਾ ਤੁਰਦਾ ਤੁਰਿਆ ਪਾਣੀ ਦੇ ਉੱਤੇ। ਉਹ ਪੰਡਤ ਨੇ ਵਿੱਚ ਵੜ ਕੇ ਦਰਿਆ ਦੇ ਉਹ ਤੌੜਾ ਕੱਢਿਆ, ਜਦੋਂ ਵੇਖਿਆ ਉਹਦੇ ਵਿੱਚ ਬੱਚਾ, ਉਹ ਚੱਕ ਕੇ ਘਰੇ ਲੈ ਗਿਆ। ਉਹਦੇ ਘਰੇ ਬੱਚਾ ਸੁਲਤਾਨ ਨਹੀਂ ਸੀ, ਉਹਨੇ ਆਪਦੇ ਘਰ ਆਈ ਦੇ ਗੋਦੀ 'ਚ ਪਾ ਕੇ ਕਹਿਣ ਲੱਗਿਆ, ਦੇਖ ਮਾਲਕ ਨੇ ਆਪਾਂ ਨੂੰ ਨਾ ਬੱਚਾ ਦੇਤਾ, ਉਹਨੂੰ ਸ਼ੌਂਕ ਨਾ ਪਾਲ। ਸਾਲ ਲੰਘ ਗਿਆ, ਜਦੋਂ ਰਾਣੀ ਦੇ ਫੇਰ ਪੇਟ ਬੱਚਾ ਪਿਆ, ਜਦੋਂ ਬੱਚੇ ਦਾ ਜਨਮ ਲੈਣ ਦਾ ਟਾਈਮ ਆਇਆ, ਉਹਨਾਂ ਨੇ ਦਾਈ ਨਾਲ ਫੇਰ ਗੱਲ ਕਰ ਲਈ, ਦੋਨਾਂ ਭੈਣਾਂ ਨੇ। ਅਤੇ ਫਿਰ ਉਹਦੇ ਕੰਨਿਆ ਪੈਦਾ ਹੋਈ। ਜਦੋਂ ਉਹਨੂੰ ਪਤਾ ਲਿਆ, ਕਹਿੰਦੇ ਕੰਨਿਆ ਹੈ, ਉੱਥੇ ਕੁੱਤੀ ਦਾ ਕਤੂਰਾ ਜਾ ਕੇ ਰਾਣੀ ਦੇ ਨਾਲ ਪਾਤਾ, ਜਿਹਦੀਆਂ ਅੱਖਾਂ ਨਹੀਂ ਸੀ ਖੁੱਲੀਆਂ। ਕਿ ਉਹਨਾਂ ਨੂੰ ਪਤਾ ਸੀ ਬੱਚਾ, ਜਨਾਨੀਆਂ ਨੂੰ ਪਤਾ ਹੁੰਦਾ ਵੀ ਹੁਣ ਬੱਚਾ ਜਨਮੂਗਾ, ਪਹਿਲਾਂ ਹੀ ਉਹਨਾਂ ਨੇ ਇਹ ਸਾਧਨ ਬਣਾ ਕੇ ਰੱਖੇ। ਫਿਰ ਬਾਦਸ਼ਾਹ ਨੇ ਕੋਲੇ ਗਈ ਖਬਰ, ਕਹਿਣ ਲੱਗੀ ਬਾਦਸ਼ਾਹ ਹੁਣ ਉਹਨੇ ਕਤੂਰਾ ਜਨਮਿਆ। ਬਾਦਸ਼ਾਹ ਹੈਰਾਨ ਹੋ ਗਿਆ ਵੀ ਗੱਲ ਕੀ, ਜਾਨਵਰ ਜਨਮ ਲੈ ਰਿਹਾ ਹੈ, ਮਰਦਾ ਜਨਾਨੀ ਹੈ ਇਹ? ਕਿਉਂ ਕਾਰਵਿਦ ਉਹਨਾਂ ਦੀ ਸੀ ਵੀ ਜੇ ਇਹਦੇ ਬੱਚਾ ਪੈਦਾ ਹੋ ਗਿਆ ਤਾਂ ਸਾਡੇ ਰਾਜ ਦੇ ਵਿੱਚ ਤੀਜਾ ਹਿੱਸਾ ਲਊਗਾ। ਉਹ ਵੀ ਉਹਨਾਂ ਨੇ ਤੌੜੇ ਦੇ ਵਿੱਚ ਪਾ ਕੇ ਦਰਿਆ 'ਚ ਸੁੱਟਿਆ ਤੀ। ਉਹ ਕੁਦਰਤ ਮਾਲਕ ਦੀ, ਪੰਡਤ ਦਾ ਰੋਜ਼ ਹੀ ਇਸ਼ਨਾਨ ਕਰਾਉਂਦਾ ਤੀ। ਜਦੋਂ ਤੌੜਾ ਆਉਂਦਾ ਦੇਖਿਆ, ਉਹਨੇ ਫੇਰ ਖਿਆਲ ਕਰਿਆ ਵੀ ਤੌੜਾ ਅੱਜ ਫੇਰ ਆਉਂਦਾ। ਪੰਡਤ ਜਦੋਂ ਪਾਣੀ ਦੇ ਵਿੱਚ ਵੜ ਕੇ ਉਹਨੇ ਹੱਥਾਂ ਨਾਲ ਪਾਣੀ ਆਪਦੇ ਕੰਨੀ ਕਰਿਆ, ਦੇਖਿਆ ਕੰਨਿਆ ਮੜਾਂਗਾ ਉਹ ਬੱਚੇ 'ਤੇ। ਉਹ ਕਹਿਣ ਲੱਗਿਆ ਵੀ ਮੜਾਂਗਾ ਪਹਿਲਾਂ ਵਾਲੇ ਬੱਚੇ 'ਤੇ ਪੈਂਦਾ ਇਹ ਬੱਚੇ ਦਾ। ਉਹ ਚੱਕ ਕੇ ਘਰੇ ਲੈ ਗਿਆ। ਫੇਰ ਆਪਦੀ ਪੰਡਤਣੀ ਨੂੰ ਕਹਿਣ ਲੱਗਿਆ ਵੀ ਲੈ ਆ ਕੰਨਿਆ ਨੂੰ ਵੀ ਪਾਲ, ਇਹ ਵੀ ਦਰਿਆ 'ਚ ਤੇਰੀ ਆਉਂਦੀ ਸੀ। ਉਹ ਪੰਡਤਣੀ ਬੜੀ ਖੁਸ਼ ਹੋ ਗਈ, ਕਹਿੰਦੀ ਚਲੋ ਆਪਣੇ ਧੀ ਦੀ ਵੀ ਜ਼ਰੂਰੀ ਲੋੜ ਹੁੰਦੀ ਆ। ਉਹਨੂੰ ਪਾਲਣ ਲੱਗ ਗਈ। ਸਾਲ ਲੰਘ ਗਿਆ। ਸਾਲ ਬਾਅਦ ਜਦੋਂ ਫੇਰ ਬੱਚਾ ਪੈਦਾ ਹੋਇਆ, ਮੁੰਡਾ ਪੈਦਾ ਹੋਇਆ, ਫੇਰ ਉਹਨਾਂ ਨੇ ਦਾਈ ਨੂੰ ਕਹਿਣ ਲੱਗੇ ਤੂੰ ਹੁਣ ਕਹਿ ਦੀ ਵੀ ਤਾਂ ਗੁੱਸ ਮੁੱਸ ਜਿਹਾ, ਪਤਾ ਨਹੀਂ ਕੀ ਨਾ ਬੰਦਾ ਨਾ ਕੋਈ ਜਾਨਵਰ ਹੈ। ਉਹ ਕਹਿਣ ਲੱਗੀ ਮਹਾਰਾਜ ਬੱਚਾ ਤਾਂ ਪੈਦਾ ਹੋਇਆ, ਪਰ ਉਹ ਨਾ ਬੱਚਾ ਨਾ ਬੱਚਾ, ਕੁਛ ਚੀਜ਼ ਵੀ ਨਹੀਂ, ਉਹ ਤਾਂ ਊਂ ਆ ਗੁੰਮ ਜਾਏ। ਉਹ ਵੀ ਬੱਚਾ ਉਹਨਾਂ ਨੇ ਨਦੀ 'ਚ ਤੇਰਿਆ। ਕਿ ਉਹ ਪੰਡਤ ਦਾ ਨਿਤਨੇਮ ਦਾ ਨਹਾਉਣ ਤੀ, ਇਸ਼ਨਾਨ ਤੀ, ਪਰ ਕੁਦਰਤ ਜਿਹਨੂੰ ਰੱਖਣ ਵਾਲੀ ਹੁੰਦੀ ਹੈ ਉਹ ਬੜੀ ਪ੍ਰਬਲ ਹੈ, ਮਾਲਕ ਦੀ ਜਿਹੜੀ ਉਹ ਤਾਕਤ ਹੈ। ਉਹ ਪੰਡਤ ਦੇ ਹੱਥ ਹੀ ਫੇਰ ਤੌੜਾ ਲੱਗਿਆ। ਜਦੋਂ ਦੇਖਿਆ ਬੱਚਾ ਉਹਦੇ ਵਿੱਚ, ਫੇਰ ਪੰਡਤ ਲੈ ਗਿਆ, ਪਰਖ ਕਰੀ ਦੋਨਾਂ ਤੀਵੀਂ ਪੁਰਸ਼ ਨੇ, ਕਹਿੰਦੇ ਇੱਕ ਪਰਿਵਾਰ ਦੇ ਬੱਚੇ ਲੱਗਦੇ ਆ, ਨੈਣ ਨਕਸ਼ੇ ਰਲਦੇ ਆ ਇਹਨਾਂ ਦੇ। ਤਿੰਨਾਂ ਨੂੰ ਪਾਲ ਪੋਸ਼ਣ ਕਰਨ ਲੱਗ ਗਿਆ। ਬਾਦਸ਼ਾਹ ਬੜਾ ਹਰਖ ਗਿਆ, ਕ੍ਰੋਧ ਵਿੱਚ ਆ ਗਿਆ ਵੀ ਇਹ ਰਾਣੀ ਨੂੰ ਕੀ ਰੱਖਣਾ। ਕਹਿਣ ਲੱਗ ਗਈਆਂ ਉਹ ਰਾਣੀਆਂ, ਪਿੰਡ ਸ਼ਹਿਰ 'ਚ ਗੱਲਾਂ ਹੁੰਦੀਆਂ ਵੀ ਬਾਦਸ਼ਾਹ ਨੇ ਕਹੀ ਜੀ ਰਾਣੀ ਲਿਆਂਦੀ ਆ, ਕੁੱਤੇ ਬਿੱਲੇ ਜੰਮਦੀ ਆ, ਬਦਨਾਮੀ ਹੋ ਜਾਂਦੀ ਹੈ। ਕਿ ਉਹ ਬਾਦਸ਼ਾਹ ਦੇ ਹੋਰ ਉਂਗਲਾਂ ਲਾਈਆਂ। ਬਾਦਸ਼ਾਹ ਕ੍ਰੋਧ ਦੇ ਵਿੱਚ ਹੋ ਕੇ ਕਹਿਣ ਲੱਗਾ ਲਿਆਓ ਉਹਦਾ ਮੂੰਹ ਕਾਲਾ ਕਰਕੇ, ਖੋਤੇ 'ਤੇ ਬਹਾ ਕੇ ਸ਼ਹਿਰ 'ਚ ਗਗੇੜੇ ਦੇ ਕੇ ਦਰਿਆ ਤੋਂ ਪਾਰ ਭੇਜਤੀ, ਜੰਗਲ 'ਚ ਛੱਡਤੀ। ਉਸ ਰਾਣੀ ਨੇ ਉੱਥੇ ਇੱਕ ਝੁੰਬੀ ਬਣਾ ਲਈ, ਉੱਥੇ ਰਹਿਣ ਲੱਗ ਗਈ।
ਤੇ ਉਹ ਜਿਹੜੇ ਬੱਚੇ ਸੀ ਜਦੋਂ ਵਾਹਵਾ ਅਡਾਰ ਹੋ ਕੇ ਪੰਡਤ ਨੇ ਇੱਕ ਨਾ ਕਰਮ ਇੱਕ ਨਾ ਧਰਮ ਰੱਖ ਲਿਆ। ਪੰਡਤ ਨੇ ਨੂੰ ਕਹਿਣ ਲੱਗਿਆ ਕੁੜੀ ਦਾ ਨਾਂ ਹੁਣ ਤੂੰ ਰੱਖ ਦੇ। ਉਹ ਕਹਿੰਦੀ ਫਿਰ ਮੈਂ ਰੱਖੂੰਗੀ, ਇਹ ਮਨ ਬੁੱਧੀ ਆ। ਤਿੰਨੇ ਬੱਚਿਆਂ ਨੂੰ ਬੜੀ ਪਾਲ ਪੋਸ਼ਣ ਕਰੀ, ਵਿੱਦਿਆ ਪੜ੍ਹਾਈ, ਜਵਾਨ ਹੋ ਗਏ। ਜਦੋਂ ਜਵਾਨ ਹੋ ਗਏ ਤੇ ਜੰਗਲ ਦੇ ਵਿੱਚ ਉਹ ਪੰਡਤ ਦਾ ਵਾਸ ਸੀਗਾ, ਚੰਗੇ ਭਜਨ ਕਰਨ ਵਾਲਾ ਬੰਦਾ ਸੀ। ਤੇ ਪੰਡਤ ਦੀ ਮੌਤ ਹੋ ਗਈ। ਥੋੜ੍ਹੇ ਚਿਰ ਬਾਅਦ ਪੰਡਤਨੀ ਦੀ ਮੌਤ ਹੋ ਗਈ, ਤਿੰਨੇ ਹੀ ਰਹਿ ਗਏ। ਜਦੋਂ ਤਿੰਨੇ ਰਹਿ ਗਏ, ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰਿਆ। ਸ਼ਿਵ ਭਗਵਾਨ ਦੇ ਦਰਸ਼ਨ ਹੋਏ ਉਹਨਾਂ ਨੂੰ। ਸ਼ਿਵ ਕਹਿਣ ਲੱਗੇ ਬੱਚੇ ਤੁਸੀਂ ਮੰਗੋ, ਕੀ ਮੰਗਦੇ ਹੋ? ਉਹ ਕਹਿਣ ਲੱਗੇ ਮਹਾਰਾਜਾ ਦਰਿਆ ਦੇ ਕਿਨਾਰੇ ਇੱਕ ਸਾਡਾ ਬਹੁਤ ਸੋਹਣਾ ਮਹਿਲ ਬਣ ਜੇ। ਸ਼ਿਵ ਕਹਿਣ ਲੱਗੇ ਤਦਾਸਤੂ। ਉਹਨੇ ਵਿਸ਼ਕਰਮਾ ਨੂੰ ਵਚਨ ਕਰਤਾ ਵੀ ਜਾਓ, ਮਹਿਲ ਬਣਾਤਾ। ਉਹ ਮਨ ਬੁੱਧੀ ਕਹਿਣ ਲੱਗੀ ਕਰਮ ਤੇ ਧਰਮ ਨੂੰ, ਕਹਿਣ ਲੱਗੀ ਮਹਿਲ ਤਾਂ ਬਹੁਤ ਸੋਹਣਾ, ਇਹਦੇ ਲਵੇ ਜੇ ਬਗੀਚਾ ਫੁੱਲਾਂ ਵਾਲੀ ਬਾਗ ਲੱਗੇ ਨਾ ਬਹੁਤਾ ਸੋਹਣਾ, ਤੇ ਆਪਾਂ ਨੂੰ ਫੇਰ ਇਹ ਬੜਾ ਸੋਹਣਾ ਲੱਗੂਗਾ। ਉਹ ਕਹਿਣ ਲੱਗੇ ਵੀ ਆਪਾਂ ਬੂਟੇ ਲੈ ਆਉਣੇ ਆ। ਉਹ ਜਿਹੜੀ ਮਨ ਬੁੱਧੀ ਸੀ ਉਹਨੂੰ ਮਾਲਕ ਦਾ ਗਿਆਨ ਸੀਗਾ। ਉਹ ਕਹਿਣ ਲੱਗੇ ਇੱਥੇ ਨਹੀਂ ਮਿਲਦੇ ਇਹ। ਤੇ ਹੋਰ ਇੱਕ ਕਹਿੰਦੀ ਪਹਾੜੀ ਤੇ ਮਹਿਲ ਹੈ ਵੀ ਉੱਥੇ ਬੂਟੇ ਨੇਗੇ ਲੱਗੇ ਵੇ। ਤੇ ਕਰਮ ਕਹਿੰਦਾ ਵੀ ਚੰਗਾ ਮੈਂ ਜਾਣਾ। ਕਰਮ ਗਿਆ। ਉਹ ਕਹਿਣ ਲੱਗੀ ਤੂੰ ਜਾਣਾ ਜੰਗਲ ਦਾ ਕਹਿਮਾ, ਸਾਨੂੰ ਤੇਰਾ ਕੀ ਪਤਾ ਲੱਗੂ ਜੇ ਮੌਤ ਹੋ ਗਈ। ਉਹ ਕਹਿਣ ਲੱਗਿਆ ਵੀ ਆਹ ਕਰਦ ਲੈ ਲਾ, ਵੀ ਜਿੰਨਾ ਚਿਰ ਜਦੋਂ ਮੈਂ ਮਰ ਗਿਆ ਕਰਦ ਦਾ ਰੰਗ ਲਾਲ ਹੋ ਜੂ, ਨਿਸ਼ਾਨੀ ਦੇਖ ਲਿਓ ਤੁਸੀਂ ਵੀ ਇਹ ਤਾਂ ਇਹਦੀ ਮੌਤ ਹੋ ਗਈ। ਕਹਿੰਦੀ ਚੰਗਾ। ਉਹ ਘੋੜੇ 'ਤੇ ਸਵਾਰ ਹੋ ਕੇ ਜਦੋਂ ਉੱਥੇ ਪਹੁੰਚ ਗਿਆ ਪਹਾੜੀ 'ਤੇ ਗਿਆ ਜਦ ਜਾ ਕੇ ਉਹਨੇ ਦੇਖਿਆ ਵੀ ਹਾਂ ਮਹਿਲ ਤਾਂ ਹੈਗਾ। ਉਹਦੇ ਪੌੜੀਆਂ ਲੱਗੀਆਂ ਹੋਈਆਂ। ਜਦੋਂ ਤਾਂ ਚੜ੍ਹਨ ਲੱਗਿਆ, ਚੜ੍ਹਦਾ ਜਦੋਂ ਉੱਪਰ ਨੂੰ ਗਿਆ, ਉਹਨੂੰ ਪਿੱਛੋਂ ਆਵਾਜ਼ ਆਈ। ਪਿੱਛੋਂ ਜਦੋਂ ਆਵਾਜ਼ ਆਈ ਉਹਨੇ ਰੁਕ ਗਿਆ। ਪਰ ਮਨ ਬੁੱਧੀ ਨੇ ਇਹ ਗੱਲ ਕਹੀ ਸੀ ਵੀ ਜੇ ਤੁਹਾਨੂੰ ਕੋਈ ਆਵਾਜ਼ ਆਵੇ ਪਿੱਛੇ ਮੁੜ ਕੇ ਦੇਖਣਾ ਨਹੀਂ। ਉਹਨੂੰ ਆਵਾਜ਼ ਫਿਰ ਉਹ ਪੰਡਤ ਵਾਲੀ ਆਈ। ਉਹਨੇ ਕਿਹਾ ਵੀ ਇਹ ਤਾਂ ਸਾਡੇ ਪਿਤਾ ਦੀ ਆਵਾਜ਼ ਲੱਗਦੀ ਆ। ਜਦੋਂ ਪਿੱਛੇ ਮੁੜ ਕੇ ਝਾਕ ਕੇ ਪੱਥਰ ਬਣ ਗਿਆ। ਤੇ ਮਨ ਬੁੱਧੀ ਰੋਜ਼ ਦੇਖਦੀ, ਉਹ ਦੇਖਿਆ ਉਹ ਕਰਦ ਰੰਗ ਲਾਲ ਹੋ ਗਿਆ। ਉਹ ਕਹਿਣ ਲੱਗੀ ਧਰਮ ਨੂੰ ਧਰਮ, ਆਪਣਾ ਭਰਾ ਤਾਂ ਮਰ ਗਿਆ। ਕਹਿੰਦਾ ਕੀ ਗੱਲ? ਕਹਿੰਦੀ ਜਿਹੜੀ ਉਹ ਨਿਸ਼ਾਨੀ ਦੇ ਕੇ ਗਿਆ ਸੀ ਉਹ ਤਾਂ ਲਾਲ ਹੋ ਗਈ। ਕਹਿੰਦਾ ਚੰਗਾ ਮੈਂ ਜਾਣਾ। ਕਹਿੰਦੀ ਪਿੱਛੇ ਮੁੜ ਕੇ ਨਹੀਂ ਵੇਖਣਾ। ਕਹਿੰਦਾ ਚੰਗਾ। ਉਹ ਗਿਆ। ਜਦੋਂ ਧਰਮ ਗਿਆ, ਧਰਮ ਨੇ ਵੀ ਜਾ ਕੇ ਜਦੋਂ ਮੰਜ਼ਲੀ ਬੜੇ ਚਰਾਂ ਦੇ ਵਿੱਚ ਉੱਥੇ ਗਿਆ ਤੇ ਪਹਾੜੀ ਉੱਪਰ ਚੜ੍ਹਿਆ ਤੇ ਉੱਥੇ ਦੇਖਿਆ ਮਹਿਲ ਬੜੇ ਸੋਹਣੇ ਦੇ ਆਲੇ ਦੁਆਲੇ ਬਗੀਚਾ ਲੱਗਿਆ, ਫੁੱਲਵਾੜੀਆਂ ਲੱਗੀਆਂ, ਮਾਰ ਹੀਰੇ ਮੋਤੀ ਬਹੁਤ ਉੱਥੇ ਰਚਨਾ ਲੱਗੀ ਪਈ। ਉਹਨੇ ਜਦੋਂ ਪੌੜੀਆਂ ਵੇਖੀਆਂ ਵੀ ਉੱਪਰ ਚਲੀਏ, ਜਦੋਂ ਪੌੜੀ ਚੜ੍ਹਦਾ ਗਿਆ ਜਦੋਂ ਅੱਧ ਵਿਚਾਲੇ ਗਿਆ ਫਿਰ ਉਹਨੂੰ ਫੇਰ ਆਵਾਜ਼ ਆਈ। ਉਹਨੇ ਕਿਹਾ ਵੀ ਪਿੱਛੇ ਮੁੜ ਕੇ ਤਾਂ ਆਪਾਂ ਦੇਖਣਾ ਨਹੀਂ। ਫਿਰ ਉਹ 2-4 ਪੌੜੀਆਂ ਚੜ੍ਹਿਆ, ਫਿਰ ਉਹਦੀ ਆਵਾਜ਼ ਉਹਨੂੰ ਉਹਦੇ ਭਰਾ ਦੀ ਆਵਾਜ਼ ਬਣ ਕੇ ਆਵਾਜ਼ ਆਈ। ਉਹਨੇ ਕਿਹਾ ਵੀ ਹੋ ਸਕਦਾ ਮੇਰਾ ਭਰਾ ਹੀ ਨੇ ਮੈਨੂੰ ਆਵਾਜ਼ ਮਾਰਦਾ ਹੋਵੇ। ਜਦੋਂ ਪਿੱਛੇ ਮੁੜਿਆ ਪੱਥਰ ਬਣ ਗਿਆ। ਉਹ ਤਲਵਾਰ ਰੱਖ ਕੇ ਗਿਆ ਸੀ। ਕਹਿੰਦਾ ਵੀ ਤੂੰ ਆਹ ਤਲਵਾਰ ਦੇਖੀ ਚੱਲੀ। ਜਿੱਦਣ ਤਲਵਾਰ ਦੇ ਜੰਗ ਲੱਗ ਗਈ ਸਮਝ ਲਈ ਵੀ ਉਹ ਮਾਰਿਆ ਗਿਆ। ਜਦੋਂ ਉਹਨੇ ਤਲਵਾਰ ਦੇਖੀ, ਤਲਵਾਰ ਨੂੰ ਜੰਗ ਲੱਗੀ ਵੀ ਉਹ ਕਹਿੰਦੀ ਵੀ ਹਾਂ ਉਹ ਵੀ ਮਾਰਿਆ ਗਿਆ। ਉਹਨੇ ਭਗਵਾਨ ਨੂੰ ਯਾਦ ਕਰਕੇ ਫਿਰ ਆਪ ਚੱਲੀ। ਕਹਿੰਦੀ ਵੀ ਮੈਂ ਜਾਂਦੀ ਹਾਂ। ਜਦੋਂ ਗਈ ਜਾ ਕੇ ਉਹਨੇ ਦੇਖਿਆ, ਹੌਲੀ ਹੌਲੀ ਮੰਜ਼ਲੀ ਬੜੇ ਚਿਰਾਂ ਦੇ ਵਿੱਚ ਉੱਥੇ ਪਹੁੰਚੀ। ਮਨ ਬੁੱਧੀ ਨੇ ਸਾਰਾ ਕੁਛ ਦੇਖਿਆ ਵੀ ਇੱਥੇ ਵੀ ਹਾਂ ਬਾਗ ਬਗੀਚਾ ਬੜਾ ਸੋਹਣਾ ਹੈਗਾ। ਜਦੋਂ ਪੌੜੀਆਂ ਚੜ੍ਹੀ ਤੇ ਗਾਹਾਂ ਇਸ ਤਰ੍ਹਾਂ ਤੇ ਪੱਥਰ ਦੀਆਂ ਫੋਟੋਆਂ ਬੰਦਿਆਂ ਦੀਆਂ ਪਈਆਂ। ਉਹਨੇ ਦੇਖਿਆ ਵੀ ਬੜੇ ਇੱਥੇ ਪੱਥਰਾਂ ਦੀਆਂ ਫੋਟੋਆਂ ਪਈਆਂ ਨੇਗੀਆਂ। ਜਦੋਂ ਉੱਪਰ ਨੂੰ ਗਈ ਉਹਨੂੰ ਪਿੱਛੋਂ ਆਵਾਜ਼ ਆਈ। ਉਹਨੇ ਕੰਨਾਂ 'ਚ ਉਂਗਲਾਂ ਲੈ ਲਈਆਂ।
ਉਹਨੂੰ ਜੋ ਫੇਰ ਆਵਾਜ਼ ਆਉਣ ਲੱਗੀ ਬੜੀ ਜ਼ੋਰ ਦੀ, ਉਹਨੇ ਚੁੰਨੀ ਪਾੜ ਕੇ ਕੰਨਾਂ 'ਚ ਦੋਨਾਂ 'ਚ ਆਪਦੇ ਕੱਪੜਾ ਸੁਣ ਲਿਆ ਵੀ ਮੈਨੂੰ ਪਿੱਛੋਂ ਆਵਾਜ਼ ਨਹੀਂ ਸੁਣਨੀ ਚਾਹੀਦੀ। ਜਦੋਂ ਤਹਾਂ ਗਈ ਉੱਪਰ ਜਾ ਰਹੀ ਉਹ, ਜਦੋਂ ਜਾ ਕੇ ਉਹਨੇ ਦੇਖਿਆ ਮਨ ਬੁੱਧੀ ਨੇ, ਇੱਕ ਬੜਾ ਸੋਹਣਾ ਉਹਦੇ ਅੰਦਰ ਪਲੰਗ ਪਿਆ, ਸੁੰਦਰ ਵਿਛਿਆ ਹੋਇਆ। ਅਤੇ ਜਦੋਂ ਮਹਿਲ 'ਚ ਦੇਖਿਆ ਕਿ ਸੁਨਹਿਰੀ ਚਿੜੀਆਂ ਪਿੰਜਰੇ ਦੇ ਵਿੱਚ ਬੋਲੀ ਜਾਣ, ਜਾ ਕੇ ਜਦੋਂ ਪਿੰਜਰੇ ਨੂੰ ਹੱਥ ਪਾਇਆ ਫੇਰ ਆਵਾਜ਼ ਆਈ ਵੀ ਇਹਨੂੰ ਪਿੰਜਰੇ ਨੂੰ ਲਾਹੀਂ ਨਾ। ਫਿਰ ਮਨ ਬੁੱਧੀ ਨੇ ਪਿੰਜਰਾ ਲਾ ਲਿਆ। ਜਦੋਂ ਪਿੰਜਰਾ ਲਾ ਲਿਆ ਫਿਰ ਉਹ ਚਿੜੀਆਂ ਨੂੰ ਮਨ ਬੁੱਧੀ ਨੇ ਆਪਦੇ ਕਬਜ਼ੇ 'ਚ ਕਰਿਆ। ਉਹ ਚਿੜੀਆਂ ਬੋਲੀਆਂ, ਕਹਿੰਦੀਆਂ ਵੀ ਤੂੰ ਜਿਹੜੀ ਆਵਾਜ਼ ਨਹੀਂ ਸੁਣੀ ਬਚ ਗਈਆਂ, ਤੇਰੇ 2 ਭਰਾ ਹੋਰ ਆਏ ਨੇ, ਉਹ ਇੱਥੇ ਪੱਥਰ ਬਣੇ ਪਏ ਨੇ। ਉਹ ਕਹਿੰਦੀ ਮੈਨੂੰ ਦੱਸੋ ਇਹਨਾਂ ਨੂੰ ਆਹ ਹੋਰ ਬੜੇ ਪੱਥਰ ਪਏ ਨੇ ਬੰਦਿਆਂ ਦੀ ਸ਼ਕਲ ਦੇ, ਕਹਿੰਦੀ ਸਾਰੇ ਐਂ ਬਣੇ ਹੋਏ ਨੇ। ਕਹਿੰਦੀ ਫਿਰ ਇਹਨਾਂ ਨੂੰ ਠੀਕ ਕਰਨਾ ਵੀ ਮੈਂ ਤਾਂ ਆਹ ਚੀਜ਼ ਹਾਸਲ ਕਰਨੀ ਹੈ। ਕਹਿਣ ਲੱਗੀ ਹਾਂ ਅਸੀਂ ਤੇਰੇ ਐਂਡਰ ਜਾਂ ਜੋ ਮਰਜ਼ੀ ਕਰਾ ਹੁਣ ਸਾਤੋਂ। ਉਹ ਕਹਿਣ ਲੱਗੀਆਂ ਅਸੀਂ ਇੱਕ ਝਰਨੇ ਵਗਦੇ ਆ ਅਤੇ ਪਹਾੜੀ ਦੇ ਵਿੱਚ ਅੰਮ੍ਰਿਤ ਦੇ, ਅਸੀਂ ਪਾਣੀ ਲਿਆਉਣੇ ਆ। ਉਹਨਾਂ ਨੇ ਪਾਣੀ ਲਿਆ ਕੇ ਦਿੱਤਾ। ਮਨ ਬੁੱਧੀ ਨੇ ਪਹਿਲਾਂ ਕਹਿੰਦੀ ਦੱਸੋ ਮੇਰੇ ਭਰਾ ਕਿਹੜੇ ਨੇ। ਉਹ ਕਹਿੰਦੀਆਂ ਤੁਹਾਡੇ ਭਰਾ ਆਹ ਨੇ। ਉਹਨਾਂ ਦੇ ਉੱਤੇ ਜਲ ਪਾਇਆ। ਉਹ ਅੱਖਾਂ ਮਲਦੇ ਜਿਵੇਂ ਸੁੱਤਾ ਬੰਦਾ ਉੱਠਦਾ ਜਾਗੇ। ਕਹਿੰਦੇ ਵੀ ਭੈਣੇ ਬੜੇ ਚਿਰ ਦੇ ਸੁੱਤੇ ਪਏ ਸੀ। ਉਹ ਕਹਿਣ ਲੱਗੇ ਨਹੀਂ ਸੁੱਤੇ ਨਹੀਂ ਸੀ ਤੁਹਾਨੂੰ ਤਾਂ। ਫਿਰ ਉਹਨੇ ਸਾਰਿਆਂ ਦੇ ਉੱਤੇ ਸਿੱਟਾ ਦੇਤਾ, ਜਿਹੜੇ ਉੱਥੇ ਲੋਕ ਬਣੇ ਸੀ ਉੱਠ ਉੱਠ ਕੇ ਆਪੋ ਆਪਦੇ ਸਥਾਨਾਂ ਨੂੰ ਚਲੇ ਗਏ। ਉਹ ਮਨ ਬੁੱਧੀ ਕਹਿਣ ਲੱਗੀ ਅਤੇ ਹੁਣ ਤੁਸੀਂ ਅਸੀਂ ਆਹ, ਉਹ ਕਹਿੰਦੀ ਤੁਸੀਂ ਲਿਜਾਣਾ ਕੀ ਆ, ਸਾਰੇ ਬਾਗ ਦੇ ਇਸ ਦੇ ਮਾਲਕ ਹੀ ਤੁਸੀਂ ਬਣ ਗਏ, ਹੁਣ ਜੋ ਮਰਜ਼ੀ ਕਰੋ ਤੁਹਾਡਾ ਮਹਿਲ ਹੈ ਇਹ। ਉਹ ਕਹਿਣ ਲੱਗੀ ਵੀ ਨਹੀਂ ਅਸੀਂ ਵਾਪਸ ਤਾਂ ਜਾਣਾ ਹੈ, ਵੀ ਅਸੀਂ ਤਾਂ ਇੱਕ ਜੰਗਲ ਦੇ ਵਿੱਚ ਰਹਿਣੇ ਆ। ਸਾਡਾ ਜਿਹੜੀ ਮਾਤਾ ਹੈ ਅਸੀਂ ਉਹਦੇ ਦਰਸ਼ਨ ਕਰਨੇ ਨੇ, ਸਾਨੂੰ ਤਾਂ ਪਤਾ ਹੀ ਨਹੀਂ ਸਾਡਾ ਮਾਂ ਪਿਓ ਕੌਣ ਆ। ਸਾਡੇ ਮਾਂ ਪਿਓ ਤਾਂ ਮਰ ਗਏ, ਪੰਡਤ ਸੀ। ਉਹ ਕਹਿੰਦੀਆਂ ਨਹੀਂ। ਉਹ ਚਿੜੀਆਂ ਕਹਿਣ ਲੱਗੀਆਂ ਜਿਹਨੇ ਤੁਸੀਂ ਪਾਲੇ ਹੋ ਉਹ ਹੋਰ ਹੈ, ਜਿਹਨੇ ਜਨਮ ਦਿੱਤਾ ਉਹ ਤੁਹਾਡੀ ਮਾਂ ਹੋਰ ਹੈ। ਕਹਿੰਦੇ ਹੋਰ ਹੈ ਕਿ ਹਾਂ। ਉਹ ਕਹਿਣ ਲੱਗੀ ਜਾਓ ਜੰਗਲ ਦੇ ਵਿੱਚ ਤੁਹਾਡੀ ਮਾਤਾ ਹੈ ਜਿਹੜੀ, ਉਹ ਝੁੰਬੀ ਪਾਈ ਬੈਠੀ ਹੈ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋ ਅਤੇ ਮੈਂ ਅਸੀਂ ਚੱਲਦੇ ਹਾਂ। ਉਹਨਾਂ ਨੇ ਪਿੰਜਰਾ ਲਿਆ ਤਿੰਨਾਂ ਨੇ, ਪਹਿਲਾਂ ਆਪਦੇ ਸਥਾਨ 'ਤੇ ਆਏ। ਉਹ ਕਹਿਣ ਲੱਗੇ ਦੱਸ। ਉਹ ਕਹਿੰਦੀ ਇਸ ਦਿਸ਼ਾ ਨੂੰ ਚਲੋ ਤੁਹਾਡੀ ਮਾਂ ਝੁੰਬੀ 'ਚ ਰਹਿੰਦੀ ਹੈ। ਜਦੋਂ ਗਏ ਗਾਹਾਂ, ਉਹ ਰਾਣੀ ਵਿਚਾਰੀ ਕਿਸੇ ਦੇ ਜੰਗਲ ਤੋਂ ਬਾਹਰ ਪਿੰਡਾਂ 'ਚ ਕੰਮ ਕਰਕੇ ਆਇਆ ਕਰੇ, ਆਪਦੇ ਜੋਗਰੀ ਰੋਟੀ ਕਮਾ ਲਿਆ ਕਰੇ, ਖਾ ਲਿਆ ਕਰੇ। ਅਤੇ ਜਦੋਂ ਜਾ ਕੇ ਕਹਿਣ ਲੱਗੀ ਆਹ ਤੁਹਾਡੀ ਮਾਂ ਹੈ। ਉਹ ਕਹਿਣ ਲੱਗੇ ਕਿਉਂ ਰੰਗ ਰੂਪ ਬਦਲ ਗਿਆ, ਭੁੱਖ ਬੜੀ ਚੀਜ਼ ਹੁੰਦੀ ਆ। ਉਹ ਕਹਿਣ ਲੱਗੇ ਹਾਂ ਨੈਣ ਨਕਸ਼ੇ ਤਾਂ ਸਾਡੇ 'ਤੇ ਨੇ, ਪਰ ਅਸੀਂ ਇਹਨੂੰ ਮਾਂ ਕਹਾਂਗੇ ਕਿਵੇਂ। ਉਹ ਕਹਿੰਦੀ ਨਹੀਂ ਇਹਨੂੰ ਪੁੱਛੋ। ਉਹ ਕਹਿੰਦੇ ਮਾਈ ਤੂੰ ਕੌਣ ਹੈ, ਕਿੱਥੋਂ ਦੀ ਹੈ। ਉਹ ਚੁੱਪ ਕਰ ਗਈ। ਉਹ ਕਹਿੰਦੇ ਮਾਤਾ ਤੁਸੀਂ ਬੋਲੋ, ਦੱਸਦੇ ਕਿਉਂ ਨਹੀਂ। ਉਹ ਵੀ ਝਾਕੀ ਜਾਵੇ ਵੀ ਮੜੰਗੇ ਇੱਕੋ ਜਿਹੇ ਨੇ ਤਿੰਨਾਂ ਬੱਚਿਆਂ ਦੇ। ਉਹ ਕਹਿਣ ਲੱਗੇ ਮਾਤਾ ਜੀ ਤੁਸੀਂ ਦੱਸੋ ਕੌਣ ਹੋ। ਜਦੋਂ ਦੁਬਾਰੇ ਪੁੱਛਿਆ ਕੁੜੀ ਨੇ, ਮਨ ਬੁੱਧੀ ਨੇ ਕਿਹਾ ਮਾਂ ਮੈਨੂੰ ਦੱਸ ਦਿਓ ਕੌਣ ਆ। ਉਹ ਕਹਿੰਦੀ ਉਹ ਰੋ ਪਈ। ਕਿਉਂ ਜਦੋਂ ਦੁਖੀ ਬੰਦੇ ਨੂੰ ਉਹਦੇ ਸੱਟ ਵੱਜਦੀ ਆ। ਉਹ ਕਹਿੰਦੇ ਨਹੀਂ ਰੋ ਨਾ, ਸਾਨੂੰ ਦੱਸ ਵੀ ਕੌਣ ਹੈ। ਕਹਿੰਦੀ ਮੈਂ ਹਾਂ ਤਾਂ ਰਾਣੀ ਆ ਫਲਾਣੇ ਰਾਜੇ ਦੀ। ਫਿਰ ਤੂੰ ਜੰਗਲ 'ਚ ਬੈਠੀ ਹੈ। ਉਹ ਕਹਿਣ ਲੱਗੀ ਵੀ ਜਦੋਂ ਮੇਰੇ ਬੱਚਾ ਹੁੰਦਾ ਸੀ ਜਿਹੜੀਆਂ ਦੂਜੀਆਂ ਰਾਣੀਆਂ ਸੀਗੀਆਂ, ਮੇਰੇ ਬੱਚੇ ਨੂੰ ਪਤਾ ਨਹੀਂ ਤੇ ਮਾਰ ਦਿੰਦੀਆਂ ਦੀ, ਪਤਾ ਨਹੀਂ ਕਿੱਧਰ ਸਿੱਟਦੀਆਂ ਤੀ। ਮੇਰੇ ਕੋਲ ਉਹ ਕਿਤੇ ਕਤੂਰਾ ਪਾਤਾ, ਕਿਤੇ ਬਲੂੰਗੜਾ ਪਾਤਾ, ਮੈਨੂੰ ਪਤਾ ਨਹੀਂ ਸੀ ਲੱਗਦਾ। ਅਤੇ 3 ਬੱਚੇ ਜਨਮੇ ਆ ਮੈਨੂੰ ਤਿੰਨਾਂ ਦਾ ਪਤਾ ਨਹੀਂ ਵੀ ਕੁੜੀ ਸੀ ਕਿ ਕੌਣ ਸੀ। ਉਹ ਕੁੜੀ ਸਮਝ ਗਈ, ਮਨ ਬੁੱਧੀ ਕਹਿਣ ਲੱਗੀ ਆਪਣੀ ਮਾਂ ਹੈ। ਕੋਈ ਪੰਡਤ ਨੇ ਦੱਸਿਆ ਸੀ ਵੀ ਬੱਚਾ ਤੁਸੀਂ ਘੜੇ ਵਿੱਚ ਤੇਰੇ ਆਉਂਦੇ ਹੁੰਦੇ। ਕਹਿੰਦੇ ਫਲਾਣੇ ਰਾਜੇ ਦੀ ਰਾਣੀ ਆ ਕਿ ਹਾਂ। ਕਹਿੰਦੇ ਤੂੰ ਸਾਡੀ ਮਾਂ ਹੈ। ਉਹ ਕਹਿੰਦੇ ਕਿਉਂ। ਕਹਿੰਦੇ ਮਾਂ ਅਸੀਂ ਉਹੀ ਹਾਂ, ਸਾਨੂੰ ਤੌੜੀ ਤੇਰਦੀ ਰਹੀ ਹੈ, ਸਾਨੂੰ ਪੰਡਤ ਨੇ ਪਾਲਿਆ ਇਸ ਝੁੰਬੀ ਦੇ ਵਿੱਚ, ਇੱਥੇ ਸਾਡਾ ਮਹਿਲ ਆ ਹੁਣ, ਉਹਨੇ ਪਾਲਿਆ ਤੀ ਸਾਨੂੰ। ਅਤੇ
ਤੂੰ ਇੱਥੇ ਕਿਉਂ ਆ ਗਈ? ਕਹਿੰਦੀ ਪੁੱਤ ਫਿਰ ਮੈਨੂੰ ਐਂ ਕੱਢਤਾ ਵੀ ਇਹ ਤਾਂ ਬੱਚਾ ਤਾਂ ਜੰਮਦੀ ਨਹੀਂ, ਜਾਨਵਰ ਜੰਮਦੀ ਹੈ ਬਾਦਸ਼ਾਹ ਤੁਹਾਡੇ ਪਿਤਾ ਨੇ। ਕਹਿੰਦੀ ਚੱਲ ਹੁਣ ਤੈਨੂੰ ਅਸੀਂ ਲੈ ਕੇ ਚੱਲਦੇ ਹਾਂ। ਆਪਦੇ ਕੋਲੇ ਮਹਿਲਾਂ 'ਚ ਲਗਾਏ, ਲਿਜਾ ਕੇ ਉਹਨਾਂ ਚੰਗਾ ਖਾਣ, ਖੁਸ਼ ਹੋ ਗਈ ਜਦੋਂ ਪੁੱਤ ਮਿਲ ਗਏ। ਉਹਦਾ ਰੰਗ ਰੂਪ ਬਦਲ ਗਿਆ। ਉਹ ਕਹਿਣ ਲੱਗੇ ਮਾਂ ਹੁਣ ਵੀ ਸਾਡਾ ਪਿਓ ਜਿਉਂਦਾ ਹੋਊ? ਕਹਿੰਦੀ ਹਾਂ। ਉਹਨਾਂ ਨੇ ਕਹਿਣ ਲੱਗੀ ਕਰਮ ਨੂੰ ਜਾ, ਤੂੰ ਜਾ। ਜੋ ਕਰਮ ਗਿਆ ਬਾਦਸ਼ਾਹ ਦੇ ਦਰਬਾਰ ਦੇ ਵਿੱਚ, ਨੌਕਰਾਂ ਨੂੰ ਪੁੱਛਿਆ ਮੈਂ ਰਾਜੇ ਨੂੰ ਮਿਲਣਾ। ਜਦੋਂ ਰਾਜੇ ਦੇ ਸਾਹਮਣੇ ਹੋਇਆ, ਉਹ ਰਾਜੇ ਨੂੰ ਕਹਿਣ ਲੱਗਾ ਰਾਜਾ ਮੈਂ ਤੁਹਾਡੇ ਨਾਲ ਕੁਛ ਗੱਲਾਂ ਕਰਨ ਆਇਆ। ਕਹਿੰਦਾ ਦੱਸੋ, ਕਰੋ ਗੱਲ। ਕਹਿੰਦਾ ਇਹ ਨਹੀਂ ਇਕੱਲੇ ਨਾ ਕਰੂੰ, ਪੜਦੇ ਨਾਲ ਗੱਲ ਕਰਾਂਗੇ। ਰਾਜਾ ਮਹਿਲ ਛੱਡ ਲੈ ਗਿਆ। ਕਹਿੰਦਾ ਦੱਸ। ਕਹਿੰਦਾ ਐ ਸੱਚ ਦੱਸੀ ਇੱਕ ਤੇਰੇ ਰਾਣੀ ਹੋਰ ਵੀ ਤੀ? ਕਹਿੰਦਾ ਹਾਂ ਹੈਗੀ ਸੀ। ਉਹ ਕਿੱਥੇ ਹੈ? ਕਹਿੰਦਾ ਉਹਦਾ ਮੈਂ ਤੈਨੂੰ ਕੀ ਦੱਸਾਂ। ਕਹਿੰਦਾ ਕਿੱਥੇ ਹੈ? ਉਹਦਾ ਯਾਰ 3 ਬੱਚੇ ਜੰਮੇ ਆ, ਕੋਈ ਬਲੂੰਗੜਾ, ਕਿਤੇ ਕੁੱਤਾ ਜੰਮਤਾ, ਕਿਤੇ ਕੁਛ ਜੰਮਤਾ। ਉਹ ਤਾਂ ਮੈਂ ਸ਼ਹਿਰ 'ਚੋਂ ਕੱਢਤੀ, ਜੰਗਲ 'ਚ ਛੱਡ ਆਇਆ ਸੀ। ਪਤਾ ਨਹੀਂ ਮਰ ਗਈ, ਪਤਾ ਨਹੀਂ ਜਿਉਂਦੀ ਆ, ਪਤਾ ਨਹੀਂ ਕੋਈ ਜਾਨਵਰ ਖਾ ਗਿਆ। ਉਹਨੂੰ ਦੱਸਿਆ ਕਿ ਉਹ ਮੁੰਡੇ ਨੇ, ਕਹਿੰਦਾ ਉਹ ਰਾਣੀ ਦਾ ਨਾਂ ਸੀ? ਕਹਿੰਦਾ ਹਾਂ। ਉਹਦੇ ਕੰਨ ਖੜੇ ਹੋਏ ਰਾਜੇ ਦੇ ਵੀ ਇਹ ਮੁੰਡਾ ਉਹਦੇ ਨਾਂ ਦੱਸੀ ਜਾਂਦਾ ਮੈਨੂੰ। ਕਹਿੰਦਾ ਅੱਛਾ ਕਿ ਨਾਂ ਤੈਨੂੰ ਪੱਕਾ ਹੀ ਪਤਾ ਸੀ ਵੀ ਕੀ ਜੰਮਦੀ ਸੀ? ਕਹਿੰਦਾ ਮੈਨੂੰ ਤਾਂ ਰਾਣੀਆਂ ਦੱਸਦੀਆਂ ਨੇ। ਕਹਿੰਦਾ ਬਾਦਸ਼ਾਹ ਪਹਿਲਾਂ ਮੇਰਾ ਜਨਮ ਹੋਇਆ, ਮੈਂ ਉਹ ਰਾਣੀ ਦਾ ਪੁੱਤ ਹਾਂ। ਜਦੋਂ ਰਾਜੇ ਦੇ ਕੰਨ ਖੁੱਲ੍ਹ ਗਏ ਵੀ ਹੈਂ। ਕਹਿੰਦਾ ਘੜੇ 'ਚ ਪਾ ਕੇ ਧੇਰ ਦਿੰਦੀਆਂ ਹੁੰਦੀਆਂ ਤੇਰੀਆਂ ਰਾਣੀਆਂ। ਸਾਨੂੰ ਪੰਡਤ ਨੇ ਪਾਲਿਆ, ਜੰਗਲ ਦੇ ਵਿੱਚ ਉਹ ਪੰਡਤ ਰਹਿੰਦਾ ਸੀ। ਮੈਨੂੰ ਦੱਸਿਆ ਵੀ ਪਹਿਲਾਂ ਤੂੰ ਘੜੇ 'ਚ ਤਿਰ ਕੇ ਆਇਆ। ਕਹਿੰਦਾ ਫੇਰ ਸਾਲ ਬਾਅਦ ਇੱਕ ਕੰਨਿਆ ਆਈ ਸਾਡੀ ਭੈਣ। ਕਹਿੰਦਾ ਹਾਂ ਸਾਲ ਬਾਅਦ ਬੱਚਾ ਤੇ ਹੁੰਦਾ ਸੀ। ਕਹਿੰਦਾ ਉਹ ਵੀ ਘੜੇ 'ਚ ਤੇਰੀ ਹੈ, ਉਹ ਵੀ ਉਹ ਪੰਡਤ ਨੇ ਕੱਢੀ ਪਾਲਿਆ। ਉਦੋਂ ਬਾਅਦ ਕਹਿੰਦਾ ਫੇਰ ਪੁੱਤ ਹੋਇਆ, ਉਹ ਵੀ ਘੜੇ 'ਚ ਤੇਰੇ ਹੈ। ਕਹਿੰਦਾ ਅੱਜ ਮੇਰੀ ਮਾਂ ਸਾਡੇ ਕੋਲ ਆ, ਜਿਹੜੀ ਤਾਂ ਕੱਢੀ ਤੀ ਅਸੀਂ ਤੇਰੇ ਪੁੱਤਾਂ। ਮੇਰਾ ਕਰਮ ਨਾਮ ਹੈ, ਉਹ ਦੂਜੇ ਦਾ ਧਰਮ ਹੈ, ਕੁੜੀ ਦਾ ਨਾਮ ਮਨ ਬੁੱਧੀ ਹੈ। ਸਾਨੂੰ ਮਾਲਕ ਦੀ ਕਿਰਪਾ ਨਾ ਸਾਡਾ ਮਹਿਲ ਆ, ਚੱਲ ਸਾਡੇ ਮਹਿਲਾਂ 'ਚ ਸਾਡੀ ਮਾਂ ਬੈਠੀ ਹੈ। ਭਾਈ ਰਾਜਾ ਬੜਾ ਖੁਸ਼ ਹੋਇਆ ਵੀ ਹੈਂ ਕਮਾਲ ਆ। ਤਾਂ ਕਹਿਣ ਲੱਗਾ ਵੀ ਚੱਲ ਮਿਲ ਕੇ ਆ। ਭਾਈ ਰਾਜੇ ਨੇ ਬੱਗੀ ਲਈ, ਨੌਕਰ ਲਏ ਨਾਲ, ਤੇ ਰਾਣੀਆਂ ਤੇ ਪੈਬੰਦੀ ਕਰਤੀ। ਨੌਕਰਾਂ ਨੂੰ ਕਹਤਾ ਵੀ ਜਾਣ ਨਹੀਂ ਦੇਣੀਆਂ ਕਿਸੇ ਪਾਸੇ, ਹੁਣ ਇਹ ਵੀ ਇਹਨਾਂ ਨੂੰ ਬੰਦ ਕਰ ਲਓ। ਭਾਈ ਜਦੋਂ ਗਏ ਦਰਿਆਵਾਂ ਪਾਰ, ਕਿਸ਼ਤੀਆਂ ਰਾਹੀਂ ਰਾਜਾ ਲੰਘਿਆ ਤੇ ਬੜਾ ਸੋਹਣਾ ਮਹਿਲ ਤੇ ਉਹ ਰਾਣੀ ਬੈਠੀ। ਤੇ ਉਹਨੇ ਕਿਹਾ ਵੀ ਹਾਂ ਉਹੀ ਹੈ। ਉਹਨੇ ਉੱਠ ਕੇ ਨਮਸਕਾਰ ਕਰੀ ਉਹਦੇ ਪੈਰਾਂ ਤੇ, ਕਿਉਂ ਫਿਰ ਵੀ ਪਤੀ ਦੀ। ਉਹ ਬਾਦਸ਼ਾਹ ਦੇਖ ਕੇ ਕਹਿਣ ਲੱਗਾ ਰਾਣੀ ਵੀ ਮੈਥੋਂ ਵੀ ਗਲਤੀ ਹੋ ਗਈ, ਵੀ ਮੈਂ ਬਿਨਾਂ ਵੇਖਿਆ ਹੀ ਤੈਨੂੰ ਵੀ ਐਡਾ ਡੰਡ ਦੇਤਾ। ਉਹ ਕਹਿਣ ਲੱਗੀ ਕੋਈ ਗੱਲ ਨਹੀਂ, ਚਲੋ ਜੋ ਮੇਰੇ ਕਰਮਾਂ ਸੀ ਮੈਂ ਭੁਗਤ ਲਿਆ। ਪਰ ਬਾਦਸ਼ਾਹ ਮੈਂ ਕਤੂਰੇ ਜੰਮਣ ਵਾਲੀ ਰਾਣੀ ਨਹੀਂ ਸੀ, ਮੈਂ ਪੁੱਤ ਜੰਮੇ ਨੇ। ਆਹ ਮੇਰੇ ਪੁੱਤ ਨੇ, ਬ੍ਰਾਹਮਣ ਨੇ ਪਾਲੇ ਨੇ, ਆਹ ਉਹਦਾ ਬੇਸ ਸ਼ਾਸਤਰ ਪਏ ਨੇ, ਪੜ੍ਹ ਕੇ ਦੇਖ ਲਾ। ਉਹ ਕਹਿਣ ਲੱਗਿਆ ਵੀ ਤੂੰ ਮੈਨੂੰ ਮਾਫੀ ਦੇ। ਉਹ ਕਹਿੰਦੀ ਨਹੀਂ, ਔਰਤ ਤਾਂ ਪਤੀ ਨੂੰ ਸਦਾ ਹੀ ਮਾਫੀ ਦਿੰਦੀ ਹੁੰਦੀ ਹੈ। ਔਰਤ ਆਪਦੇ ਪਤੀ ਦਾ ਕਿੱਡਾ ਹੀ ਗੁਨਾਹ ਹੈ, ਉਹ ਫਿਰ ਵੀ ਉਹਨੂੰ ਚੇਤੇ ਲਿਆਉਂਦੀ ਨਹੀਂ ਹੁੰਦੀ। ਅਤੇ ਕਹਿਣ ਲੱਗਾ ਵੀ ਮਹਿਲ ਚਲੋ। ਕਹਿੰਦੀ ਤੂੰ ਰਹਿਣ ਦੇ, ਤੂੰ ਮੈਨੂੰ ਮਹਿਲਾਂ 'ਚ ਨਾ ਲਿਜਾ, ਮੈਂ ਆਪਦੇ ਮਹਿਲ 'ਚ ਬੈਠੀ ਹਾਂ, ਮੇਰੇ ਬੱਚੇ ਨੇ, ਮੇਰਾ ਬੜਾ ਮੈਨੂੰ। ਕਹਿੰਦਾ ਨਹੀਂ ਮੈਂ ਡੰਡ ਦੇਣਾ। ਉੱਥੋਂ ਫਿਰ ਬਾਦਸ਼ਾਹ ਨੂੰ ਬੜੇ ਸਤਿਕਾਰ ਨਾਲ ਮਹਿਲਾਂ 'ਚ ਲੈ ਕੇ ਆਇਆ। ਉਹ ਰਾਣੀਆਂ ਨੂੰ ਫਿਰ ਦਰਬਾਰ ਦੇ ਵਿੱਚ ਸੱਦਿਆ, ਆਪਦੇ ਵਜ਼ੀਰਾਂ ਦੇ ਸਾਹਮਣੇ ਉਹ ਦਾਈ ਬੁਲਾਈ ਗਈ। ਕਹਿੰਦਾ ਇਹ ਪੁੱਛੋ ਇਹਨਾਂ ਨੇ ਕੀ ਕੁਛ ਕਰਿਆ। ਮੰਨ ਗਈਆਂ। ਉਹ ਕਹਿੰਦਾ ਕਿਉਂ ਕਰਿਆ? ਕਹਿੰਦਾ ਅਸੀਂ ਕਹਿੰਦੇ ਸੀ ਵੀ ਇਹਦੇ ਜੇ ਪੁੱਤ ਹੋ ਗਿਆ ਇਹ ਰਾਜ 'ਚੋਂ ਹਿੱਸਾ ਲਊਗਾ। ਉਹ ਕਹਿਣ ਲੱਗਿਆ ਵੀ ਇਹਨਾਂ ਨੂੰ ਕਤਲ ਕਰ ਦਿਓ, ਮਾਰ ਦਿਓ।
ਉਹ ਵਜ਼ੀਰ ਕਹਿਣ ਲੱਗਾ ਬਾਦਸ਼ਾਹ ਤੂੰ ਐਡਾ ਨਾ ਇਹ ਕੰਮ ਨਾ ਕਰ। ਕਹਿੰਦਾ ਨਹੀਂ ਨਹੀਂ ਮੇਰੀ ਰਾਣੀ ਨੂੰ ਨੇ ਬਹੁਤ ਦੁੱਖ ਦਿੱਤਾ ਹੈ। ਉਹ ਕਹਿੰਦਾ ਜਿਵੇਂ ਇਹਨਾਂ ਨੇ ਤੇਰੀ ਰਾਣੀ ਨੂੰ ਦੇਸ ਨਿਕਾਲਾ ਦਵਾਤਾ ਇਹਨਾਂ ਨੂੰ ਦੇਸ ਨਿਕਾਲਾ ਹੀ ਦੇ ਦੇ, ਮਾਰਨਾ ਕੱਢ ਦੇ ਰਾਜ ਦੇ ਵਿੱਚੋਂ, ਤੇ ਨਾਲੇ ਦੇ ਬੱਚਿਆਂ ਨੂੰ ਕੱਢ ਦੇ। ਰਾਜ ਦੀ ਖਾਤਰ ਹੀ ਕਰਿਆ, ਕੱਢ ਦੇ ਇਹਨਾਂ ਨੂੰ। ਜਦੋਂ ਕੱਢਣ ਲੱਗੇ ਉਹ ਮਨ ਬੁੱਧੀ ਮੂਹਰੇ ਹੋ ਗਈ, ਕਹਿੰਦੀ ਨਹੀਂ। ਉਹ ਕਹਿਣ ਲੱਗੀ ਪਿਤਾ ਜੇ ਤੂੰ ਸਾਡੀ ਮਾਂ ਨੂੰ ਨਾ ਕੱਢਦਾ ਅਸੀਂ ਆਹ ਮੰਜ਼ਿਲ ਤੇ ਕਿੱਥੋਂ ਪਹੁੰਚਦੇ। ਨਹੀਂ ਇਹਨਾਂ ਦਾ ਕਸੂਰ ਨਹੀਂ, ਇਹਨਾਂ ਨੂੰ ਡੰਡ ਨਾ ਦੇ। ਜੋ ਸਾਡੀ ਮਾਂ ਦੇ ਕਰਮਾਂ 'ਚ ਤੀ ਅਸੀਂ ਭੁਗਤ ਲਿਆ। ਅਸੀਂ ਬੜੇ ਵਿਦਵਾਨ ਨੇ ਪਾਲੇ, ਸਾਨੂੰ ਇਹ ਗਿਆਨ ਬੁੱਧੀ ਹੈ, ਸਾਡੇ ਵਿੱਚ ਕ੍ਰੋਧ ਦਾ ਵਾਸਾ ਨਹੀਂ ਹੈ, ਦਇਆ ਹੈ, ਨਹੀਂ ਇਹ ਕੰਮ ਨਹੀਂ ਕਰਨਾ। ਉਹ ਬਾਦਸ਼ਾਹ ਕਹਿਣ ਲੱਗਾ ਵੀ ਮੈਂ ਨਹੀਂ ਇਹਨਾਂ ਦੇ, ਹੁਣ ਮੇਰਾ ਮਨ ਨਹੀਂ ਮੰਨਦਾ, ਇਹਨਾਂ ਨੇ ਐਡਾ ਵੱਡਾ ਧੋਖਾ ਕਰਿਆ। ਉਹ ਮਨ ਬੁੱਧੀ ਕਹਿੰਦੀ ਨਹੀਂ, ਸਾਡੇ ਪਿਤਾ ਨੇ ਸਾਨੂੰ ਇਹ ਵਿੱਧੀ ਸਿਖਾਈ ਸੀ ਵੀ ਦਇਆ ਕਰਨੀ ਹੈ, ਕ੍ਰੋਧ ਨਹੀਂ ਕਰਨਾ, ਵੀ ਨਹੀਂ ਬਿਲਕੁਲ ਨਹੀਂ, ਤੇ ਇਹਨਾਂ ਨੂੰ ਕੋਈ ਡੰਡ ਨਾ ਦੇ। ਬਾਦਸ਼ਾਹ ਕਹਿੰਦਾ ਚੰਗਾ ਮੈਂ ਇੱਕ ਗੱਲ ਕਰੂੰਗਾ, ਇਹਨਾਂ ਦਾ ਮਹਿਲ ਅੱਡ ਬਣਾ ਕੇ ਮੈਂ ਇਹਨਾਂ ਦੇ ਮਹਿਲਾਂ 'ਚ ਇਦੋਂ ਬਾਅਦ ਜਾਂਦਾ ਨਹੀਂ। ਉਹ ਕਹਿੰਦੀ ਹਾਂ ਆਹ ਕਰ ਸਕਦਾ ਤੂੰ, ਪਰ ਮਾਰਨੇ ਨਹੀਂ, ਕੱਢਣੇ ਨਹੀਂ। ਵੀ ਉਹ ਫਿਰ ਬਾਦਸ਼ਾਹ ਨੇ ਅੱਡ ਮਹਿਲ ਬਣਾ ਕੇ ਰਾਣੀਆਂ ਤੇ ਉਹਦੇ ਬੱਚਿਆਂ ਨੂੰ ਕਹਿੰਦਾ ਮੈਂ ਕੋਈ ਰਾਜ ਨਹੀਂ ਦੇਊਂਗਾ, ਤੇ ਅੱਡ ਕੱਢ ਤੇ ਉਹ ਮਨ ਬੁੱਧੀ ਨੇ ਉਹਨਾਂ ਨੂੰ ਮਰਨ ਤੋਂ ਬਚਾਇਆ। ਵੀ ਜਿਹੜਾ ਕਰਮ ਹੈ ਤੇ ਇਹ ਇੱਕ ਬਹੁਤ ਵੱਡੀ ਹਸਤੀ ਹੈ, ਕਰਮ ਨੂੰ ਕੋਈ ਮਾਂ ਦਾ ਪੁੱਤ ਮੇਟ ਨਹੀਂ ਸਕਦਾ। ਉਹ ਤਾਂ ਮਾਲਕ ਦੀ ਦਇਆ ਜਿਹਦੇ ਉੱਤੇ ਹੋ ਗਈ, ਜਿਹੜਾ ਕਰਮਾਂ 'ਚ ਲਿਖਿਆ ਉਹ ਮਿਲੂਗਾ। ਉਹ ਤਾਂ ਰਾਜਿਆਂ ਨੂੰ ਭੀਖ ਮੰਗਾ ਸਕਦਾ ਹੈ, ਤੇ ਰਾਜੇ ਨੇ ਜਿਹੜੇ ਭੀਖ ਭਿਖਾਰੀ ਨੂੰ ਰਾਜ ਦਵਾ ਸਕਦਾ। ਉਹਦੇ ਵਿੱਚ ਬਹੁਤ ਵੱਡੀ ਤਾਕਤ ਹੈ, ਵੀ ਮਾਲਕ ਦੇ ਹੱਥ ਵਿੱਚ ਐਡੀ ਵੱਡੀ ਪਾਵਰ ਹੁੰਦੀ ਹੈ ਵੀ ਉਹ ਦੇ ਸਕਦਾ। ਇਹ ਤਾਂ ਸਾਡੇ ਸੋਚਾਂ ਨੇ, ਦੇਖੋ ਪਰਮਾਤਮਾ ਵਧਾ ਸਕਦਾ, ਕੋਈ ਆਪਦੀ ਸੋਚ ਨਾਲ ਕੋਈ ਬੰਦਾ ਵੱਧ ਨਹੀਂ ਸਕਦਾ। ਜੇ ਆਪਦੀ ਸੋਚ ਨਾਲ ਵੱਧਦੇ ਹੁੰਦੇ ਅੱਜ ਨੂੰ ਤਾਂ ਇੱਥੇ ਕੁਛ ਕੰਗਾਲੀ ਰਹਿਣੀ ਨਹੀਂ ਸੀ। ਨਹੀਂ, ਜਿਵੇਂ ਵਧਾ ਸਕਦਾ ਹੈ ਉਹੀ, ਆਪਦੇ ਨਹੀਂ। ਬਾਣੀ ਕਹਿੰਦੀ ਹੈ ਰਾਮ ਵਧਾਏ ਸੋ ਵਧੇ, ਬਲ ਕਰ ਵਧੇ ਨਾ ਕੋਏ, ਬਲ ਕਰ ਰਾਵਣ ਵਧਿਆ ਸਿਲਮੇ ਦੀਆ ਕੋਈ, ਰਾਉਣ ਆਪਦੀ ਤਾਕਤ ਨਾਲ ਵਧਿਆ ਸੀ। ਪਰ ਮਾਲਕ ਨੇ ਜਿਹਦੇ 1 ਲੱਖ ਪੁੱਤ 1.25 ਲੱਖ ਧੀ ਤੀ, ਕੁਛ ਨਹੀਂ ਰਿਹਾ ਦੁਨੀਆ ਦੇ ਵਿੱਚ। ਵੀ ਜਿਹਨੂੰ ਉਹ ਵਧਾਉਂਦਾ ਹੈ ਉਹੀ ਵੱਧ ਸਕਦਾ, ਦੂਜੇ ਦੀ ਕੋਈ ਪਾਵਰ ਨਹੀਂ ਵਧਣ ਦੀ। ਆਪਦੇ ਕਰਮ 'ਤੇ ਨਿਰਭਰ ਰਹੋ, ਉਸ ਮਾਲਕ ਨੂੰ ਯਾਦ ਰੱਖੋ, ਕਿਸੇ ਦੇ ਅੰਦਰੋਂ ਬੁਰਾ ਨਾ ਕਰੋ। ਉਹ ਜੇ ਕਰਦਾ ਹੈ ਉਹ ਪਰਮਾਤਮਾ ਉਹਦੇ ਤੱਕ ਹੋਣ ਹੀ ਨਹੀਂ ਦਿੰਦਾ ਹੁੰਦਾ। ਆਪਦੀ ਸੱਚਾਈ ਆਪਦੇ ਪੱਲੇ ਰੱਖੋ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਹੁਣ